ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੁਨੀਲ ਜਾਖੜ ਦੀ। ਸੁਨੀਲ ਜਾਖੜ ਜਿਨ੍ਹਾਂ ਨੇ ਕਿ ਅੱਜ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ। ਆਖਰ ਉਹਨਾਂ ਨੇ ਅੱਜ ਦਾ ਹੀ ਦਿਨ ਕਿਉਂ ਚੁਣਿਆ ਹੈ? ਆਖਰ ਕੀ ਕਾਰਨ ਨੇ ਉਹਨਾਂ ਦੀ ਰਵਾਨਗੀ ਦੇ? ਉਹਨਾਂ ਨੇ ਕਿਉਂ ਕਾਂਗਰਸ ਪਾਰਟੀ ਛੱਡੀ ਹੈ? ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਅੱਜ ਪੰਚਾਇਤੀ ਜ਼ਮੀਨ ਨੂੰ ਲੈ ਕੇ ਪੰਚਾਇਤੀ ਜ਼ਮੀਨ ਦੀ ਵੇਚਣ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਦੇ ਉੱਪਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਤਿੱਖੇ ਨਿਸ਼ਾਨੇ ਲਾਉਂਦੇ ਨਜ਼ਰ ਆਏ ਨੇ। ਆਖਰ ਪੂਰਾ ਮਾਮਲਾ ਕੀ ਹੈ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਚਿੰਤਨ ਸ਼ਿਵਰ ਦੀ, ਜਿਹੜਾ ਕਿ 3 ਦਿਨ ਦਾ ਕਾਂਗਰਸ ਦਾ ਚਿੰਤਨ ਸ਼ਿਵਰ ਸੀ। ਅੱਜ ਉਸ ਦਾ ਦੂਸਰਾ ਦਿਨ ਸੀ, ਲੇਕਿਨ ਜਿੱਥੇ 425 ਸੀਨੀਅਰ ਆਗੂਆਂ ਨੂੰ ਇਸ ਚਿੰਤਨ ਸ਼ਿਵਰ ਦੇ ਲਈ ਸੱਦਾ ਦਿੱਤਾ ਗਿਆ, ਕੀ ਕਾਰਨ ਸੀ ਕਿ ਪੰਜਾਬ ਦੇ ਸੀਨੀਅਰ ਲੀਡਰ ਜਿਨ੍ਹਾਂ ਦੇ ਚਿਹਰਿਆਂ ਦੇ ਉੱਪਰ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸੀ, ਗੱਲ ਕਰ ਰਹੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ, ਆਖਰ ਇਹਨਾਂ 2 ਸੀਨੀਅਰ ਲੀਡਰਾਂ ਨੂੰ ਬੁਲਾਵਾ ਕਿਉਂ ਨਹੀਂ ਦਿੱਤਾ ਗਿਆ, ਸੱਦਾ ਕਿਉਂ ਨਹੀਂ ਦਿੱਤਾ ਗਿਆ, ਕਾਰਨ ਕੀ ਰਹੇ? ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया। ਸੋ ਅਣਖੀ ਜੀ, ਆਪਾਂ ਸ਼ੁਰੂਆਤ ਕਰੀਏ ਸੁਨੀਲ ਜਾਖੜ ਦੀ ਖਬਰ ਦੇ ਨਾਲ, ਕਿਉਂਕਿ ਅੱਜ ਸੁਨੀਲ ਜਾਖੜ ਦੇ ਵੱਲੋਂ ਅਲਵਿਦਾ ਆਖ ਦਿੱਤਾ ਗਿਆ ਕਾਂਗਰਸ ਪਾਰਟੀ ਨੂੰ, ਜਦੋਂ ਕਿ 3 ਦਿਨ ਦਾ ਚਿੰਤਨ ਸ਼ਿਵਰ ਚੱਲ ਰਿਹਾ ਹੈ। ਜੇਕਰ ਪਿਛਲੇ ਦਿਨ ਦੇ ਘਟਨਾਕ੍ਰਮ ਦੇਖੀਏ, ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ, ਜਿਸ ਤੋਂ ਨਾਰਾਜ਼ ਹੋਏ ਸੀ। ਨੋਟਿਸ ਤੋਂ ਬਾਅਦ ਕਾਰਵਾਈ ਵੀ ਹੋਈ, ਕਿਉਂਕਿ ਇਹਨਾਂ ਨੇ ਕੋਈ ਸਪਸ਼ਟੀਕਰਨ ਦਿੱਤਾ। ਕਾਰਵਾਈ ਤੋਂ ਬਾਅਦ ਹਾਈ ਕਮਾਂਡ ਦੇ ਵੱਲੋਂ ਮਾਫੀ ਦਿੰਦੇ ਹੋਏ ਇਹਨਾਂ ਦਾ ਸਸਪੈਂਸ਼ਨ 2 ਸਾਲ ਦੇ ਸਸਪੈਂਸ਼ਨ ਦੀ ਸਿਫਾਰਿਸ਼ ਕੀਤੀ ਗਈ ਸੀ, ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਭਾਵ ਕਿ ਕਾਰਵਾਈ ਕੋਈ ਨਹੀਂ ਹੋਈ ਹਾਈ ਕਮਾਂਡ ਦੇ ਵੱਲੋਂ, ਜਾਂ ਫਿਰ ਆਪਾਂ ਕਹਿ ਦਈਏ ਕਿਸੇ ਤਰ੍ਹਾਂ ਦੀ ਵੀ ਇਹਨਾਂ ਦੇ ਉੱਪਰ ਸਖਤੀ ਕਰਦੀ ਹੋਈ ਹਾਈ ਕਮਾਂਡ ਨਹੀਂ ਦਿਖੀ ਸੀ ਇਹਨਾਂ ਦੇ, ਜਿਹੜੀ ਕਿ ਅਨੁਸ਼ਾਸਨਹੀਨਤਾ ਦੀ ਕਾਰਵਾਈ ਨੂੰ ਲੈ ਕੇ ਸੀ। ਫਿਰ ਕੀ ਕਾਰਨ ਸੀ? ਇਹਨਾਂ ਨੇ ਫਿਰ ਵੀ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ। ਆਖਰ ਕਾਰਨ ਕੀ ਰਹੇ? ਤੇ ਕਾਰਨ ਵੀ ਦਿਨ ਵੀ ਉਹ ਚੁਣਨਾ ਜਦੋਂ ਚਿੰਤਨ ਸ਼ਿਵਰ ਚੱਲ ਰਿਹਾ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਲਖਵਿੰਦਰ, ਕਾਂਗਰਸ ਹਾਈ ਕਮਾਂਡ ਵੱਲੋਂ ਆਪਣੇ ਸੁਨੀਲ ਜਾਖੜ ਨੂੰ ਮਾਫੀ ਨਹੀਂ ਸੀ ਦਿੱਤੀ ਗਈ। ਮਤਲਬ ਉਹਦੇ ਅਨੁਸਾਰ ਉਹਨੂੰ ਸਜ਼ਾ ਦਿੱਤੀ ਗਈ ਸੀ। ਜਿਸ ਤਰੀਕੇ ਨਾਲ ਭੂਮਿਕਾ 'ਚ ਤੁਸੀਂ ਥੋੜਾ ਜਿਹਾ ਉਹ ਗਲਤ ਕਹਿ ਗਏ ਜੀ, ਮਾਫੀ ਨਹੀਂ ਦਿੱਤੀ ਗਈ। ਉਹਦੇ ਕੋਲ ਸਾਰੇ ਅਹੁਦੇ ਵਾਪਸ ਲੈ ਲਏ ਗਏ। ਜਿਵੇਂ 2 ਸਾਲ ਦੇ ਸਸਪੈਂਸ਼ਨ ਦੀ ਸਿਫਾਰਿਸ਼ ਕੀਤੀ ਗਈ ਸੀ, ਉਸ ਤੋਂ ਰਾਹਤ ਦਿੱਤੀ ਗਈ ਸੀ ਉਹਨਾਂ ਨੂੰ 2 ਸਾਲ ਦੇ ਸਸਪੈਂਸ਼ਨ ਤੋਂ। ਉਸ ਨੂੰ 2 ਸਾਲ ਵਾਸਤੇ ਪਾਰਟੀ ਚੋਂ ਸਸਪੈਂਡ ਕੀਤਾ ਗਿਆ ਔਰ ਨਾਲ ਹੀ ਉਹਦੇ ਕੋਲ ਸਾਰੇ ਅਹੁਦੇ ਜਿਹੜੇ ਸੀ ਉਹ ਵਾਪਸ ਲੈ ਲਏ ਗਏ ਜੀ। ਤੇ ਇਸ ਤੋਂ ਵੱਡੀ ਸਜ਼ਾ ਜਿਹੜੀ ਸੀ ਉਹਨੂੰ ਹੋਰ ਕੋਈ ਨਹੀਂ ਦਿੱਤੀ ਗਈ। ਤੁਸੀਂ ਇਹ ਕਹਿ ਸਕਦੇ ਕਿ ਕਾਂਗਰਸ ਉਸ ਦੇ ਪ੍ਰਤੀ ਨਰਮ ਸੁਰ ਜਿਹੜਾ ਉਹ ਰੱਖ ਰਹੀ ਸੀ ਜੀ। ਪਰ ਜਿਸ ਤਰੀਕੇ ਦੇ ਨਾਲ ਉਹਨੂੰ ਹਮੇਸ਼ਾ ਇੱਕ ਟੀਸ ਰਹੀ ਉਹਦੇ ਮਨ ਦੇ ਵਿੱਚ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਮੁੱਖ ਮੰਤਰੀ ਜਦੋਂ ਬਣਨਾ ਸੀ ਤਾਂ ਉਸ ਵੇਲੇ ਅੰਬਿਕਾ ਸੋਨੀ ਨੇ ਸਭ ਤੋਂ ਜ਼ਿਆਦਾ ਅੜਿੱਕਾ ਪਾ ਦਿੱਤਾ। ਜਦੋਂ ਕਿ ਪੰਜਾਬ ਦੇ 42 ਵਿਧਾਇਕਾਂ ਦਾ ਸਾਥ ਜਿਹੜਾ ਉਹਨਾਂ ਕੋਲ ਸੀ, ਪਰ ਇਸ ਦੇ ਬਾਵਜੂਦ ਅੰਬਿਕਾ ਸੋਨੀ ਦੀ ਵਿਰੋਧਤਾ ਦੇ ਕਾਰਨ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਇਹ ਇਲਜ਼ਾਮ ਇਹ ਲਾਇਆ ਗਿਆ ਕਿ ਉਹ ਹਿੰਦੂ ਨੇ। ਤੇ ਇਹ ਜਿਹੜੀ ਟੀ ਸੀ ਹਮੇਸ਼ਾ ਉਸ ਦੇ ਮਨ ਦੇ ਵਿੱਚ ਰਹੀ ਸੁਨੀਲ ਜਾਖੜ ਦੀ। ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਸਰਗਰਮ ਸਿਆਸਤ ਤੋਂ ਜਿਹੜਾ ਸੰਨਿਆਸ ਲੈਣ ਦਾ ਜਿਹੜਾ ਫੈਸਲਾ ਕਰ ਦਿੱਤਾ ਸੀ। ਪਰ ਖੈਰ, ਇਹ ਮਨ ਦੇ ਵਿੱਚ ਜਿਹੜਾ ਹਿੰਦੂ ਹੋਣ ਦਾ ਦਰਦ ਔਰ ਉਹਦੇ ਕਰਕੇ ਕਿਸ ਤਰੀਕੇ ਨਾਲ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਸੀ ਉਹਨਾਂ ਨੇ ਉਹਨੂੰ ਪਿੱਛੇ ਸੁੱਟਿਆ, ਉਹਦੇ ਸੰਬੰਧ ਦੇ ਵਿੱਚ ਸੁਨੀਲ ਜਾਖੜ ਕਦੇ ਉਹ ਜ਼ਖਮ ਜਿਹੜਾ ਅੰਬਿਕਾ ਸੋਨੀ ਵੱਲੋਂ ਇਨਡਾਇਰੈਕਟਲੀ ਇਹਨਾਂ ਦਿੱਤਾ ਗਿਆ ਉਸਨੂੰ ਭੁੱਲੇ ਨਹੀਂ। ਸ਼ਾਇਦ ਇਹੋ ਹੀ ਕਾਰਨ ਆ ਕਿ ਫਿਰ ਬਾਅਦ ਚ ਉਹਨਾਂ ਨੇ ਕੋਈ ਪਾਰਟੀ ਸਰਗਰਮੀ ਚ ਹਿੱਸਾ ਨਹੀਂ ਲਿਆ, ਕਿਉਂਕਿ ਉਹ ਪਹਿਲਾਂ ਹੀ ਆਪਣੀ ਸਰਗਰਮ ਸਿਆਸਤ ਤੋਂ ਇਨਸਾਫ ਲੈਣ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਸਨ ਜੀ। ਸ਼ਿਕਾਇਤ ਹੋਈ ਜਿਸ ਤਰੀਕੇ ਨਾਲ ਹਰੀ ਚੌਧਰੀ ਵੱਲੋਂ, ਉਸ ਤੋਂ ਪਹਿਲਾਂ ਜਿਹੜੀ ਸ਼ਿਕਾਇਤ ਜਿਹੜੀ ਹੋ ਚੁੱਕੀ ਸੀ, ਕਿਉਂਕਿ ਉਹਨਾਂ ਦੇ ਬਿਆਨ ਜਿਹੜੇ ਸੀ ਉਹ ਕਾਫੀ ਜਿਹੜੇ ਕਾਂਗਰਸ ਹਾਈ ਕਮਾਂਡ ਵਾਸਤੇ ਸਿਰਦਰਦੀ ਪੈਦਾ ਕਰਨ ਵਾਲੇ ਸਨ ਜੀ। ਤਾਂ ਫਿਰ ਉਹ ਸਾਰੇ ਸਬੰਧ ਦੇ ਵਿੱਚ ਜਦੋਂ ਦੇਖਿਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਿਹੜਾ ਜਾਰੀ ਕੀਤਾ, ਸੁਨੀਲ ਜਾਖੜ ਦੇ ਮਨ 'ਚ ਇਹ ਵੀ ਗੱਲ ਦਾ ਰੰਜ ਰਿਹਾ ਕਿ ਮੈਨੂੰ ਕਾਰਨ ਦੱਸੋ ਨੋਟਿਸ ਕਿਉਂ ਜਾਰੀ ਕੀਤਾ ਗਿਆ, ਕਿਉਂਕਿ ਅੰਬਿਕਾ ਸੋਨੀ ਦੇ ਕਹਿਣ ਦੇ ਉੱਤੇ ਜੋ ਬਹੁਤ ਜੂਨੀਅਰ ਆ ਔਰ ਆਪਣੇ ਆਪ ਨੂੰ ਇਹ ਟਕਸਾਲੀ ਕਾਂਗਰਸੀ ਕਹਿ ਰਹੇ ਸਨ। ਤਾਂ ਖੈਰ, ਇਹ ਕੁਝ ਗੱਲਾਂ ਸਨ ਜਿਨ੍ਹਾਂ ਦਾ ਉਹ ਦਰਦ ਜਿਹੜਾ ਉਹਦੇ ਮਨ 'ਚ ਸੀ। ਕਾਂਗਰਸ ਹਾਈ ਕਮਾਂਡ ਨੇ ਐਕਸ਼ਨ ਲਿਆ ਔਰ ਐਕਸ਼ਨ ਲੈ ਕੇ ਇਹ ਪਾਰਟੀ 'ਚੋਂ ਬਾਹਰ ਦਾ ਰਸਤਾ ਤਾਂ ਨਹੀਂ ਵਿਖਾਇਆ, ਪਰ ਇਸ ਚੀਜ਼ ਨੂੰ ਕਾਰਨ ਦੱਸੋ ਨੋਟਿਸ ਨੂੰ ਹੀ ਸੁਨੀਲ ਜਾਖੜ ਨੇ ਬੜਾ ਗੰਭੀਰਤਾ ਨਾਲ ਲਿਆ ਔਰ ਇਹ ਗੱਲ ਕਹੀ ਕਿ ਮੇਰੇ ਮਨ ਨੂੰ ਇਸ ਦੀ ਟੀਸ ਜਿਹੜੀ ਆ
ਉਹ ਬਚੀ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਇਹ ਵੀ ਗੱਲ ਪਹਿਲਾਂ ਪਤਾ ਲੱਗੀ ਸੀ ਕਿ ਜਿਹੜਾ ਚਿੰਤਨ ਸ਼ਿਵਰ ਕੈਂਪ ਆ ਇਹਦੇ ਵਿੱਚ ਸੁਨੀਲ ਜਾਖੜ ਨੇ ਦਾਖਲ ਹੋਣਾ ਸੀ ਤਾਂ ਜੋ ਉੱਥੋਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹਦੇ ਸਾਹਮਣੇ ਜਾ ਕੇ ਇਹ ਆਪਣੇ ਪੁਆਇੰਟਸ ਜਿਹੜੇ ਆ ਉਹ ਰੱਖ ਸਕਣ। ਪਰ ਐਨ ਮੌਕੇ ਤੇ ਉਹਨਾਂ ਨੇ ਨਾ ਜਾਣ ਦਾ ਫੈਸਲਾ ਕੀਤਾ ਔਰ ਉੱਥੇ ਇਹ ਵੀ ਪ੍ਰੋਗਰਾਮ ਸੀ ਕਿ ਸੁਨੀਲ ਜਾਖੜ ਉੱਥੇ ਪ੍ਰੈਸ ਕਾਨਫਰੰਸ ਕਰਨਗੇ ਤਾਂ ਪ੍ਰੈਸ ਕਾਨਫਰੰਸ ਕਰਕੇ ਆਪਣੇ ਮੁੱਦੇ ਜਿਹੜੇ ਜਿਸ ਕਰਕੇ ਉਹਨਾਂ ਨੂੰ ਪੇਸ਼ ਕਰਨਗੇ। ਕਹਿੰਦੇ ਕਿ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਜਿਹੜੀਆਂ ਬੁੱਕ ਜਿਹੜੀਆਂ ਕਰਾ ਲਈਆਂ ਗਈਆਂ ਸਨ। ਤਾਂ ਕੱਲ ਤੱਕ ਸੁਨੀਲ ਜਾਖੜ ਦਾ ਪ੍ਰੋਗਰਾਮ ਸੀ ਪਰ ਸੁਨੀਲ ਜਾਖੜ ਨਹੀਂ ਗਏ। ਜਿਹੜਾ ਤੁਹਾਡਾ ਸਵਾਲ ਸੀ ਕਿ ਫਿਰ ਅੱਜ ਹੀ ਉਹਨਾਂ ਨੇ ਗੁੱਡ ਬਾਏ ਔਰ ਗੁੱਡ ਲੱਕ ਕਹਿਣ ਦਾ ਕਿਉਂ ਐਲਾਨ ਕੀਤਾ, ਉਸ ਦਾ ਕਾਰਨ ਇਹ ਸੀ ਕਿਉਂ ਹੁਣ ਚਿੰਤਨ ਸ਼ਿਵਰ ਜਿਹੜਾ ਅੱਜ ਦੂਸਰਾ ਦਿਨ ਸੀ ਤਾਂ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਕੁਝ ਮਹੱਤਵਪੂਰਨ ਮੁੱਦੇ ਜਿਹੜੇ ਉਠਾਏ। ਉਹਨਾਂ ਮੁੱਦਿਆਂ ਨੂੰ ਸੁਨੀਲ ਜਾਖੜ ਨੇ ਆਪਣੇ ਤਰੀਕੇ ਨਾਲ ਕ੍ਰਿਟਿਸਾਈਜ਼ ਕੀਤਾ। ਕ੍ਰਿਟਿਸਾਈਜ਼ ਕਰਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਇਹੋ ਹੀ ਮੌਕਾ ਆ ਕਿ ਇੱਕ ਪਾਸੇ ਤਾਂ ਚਿੰਤਨ ਸ਼ਿਵਰ ਕੈਂਪ ਚੱਲ ਰਿਹਾ, ਉਹਨਾਂ ਨੇ ਚਿੰਤਨ ਸ਼ਿਵਰ ਨਹੀਂ ਕਿਹਾ, ਉਹਨਾਂ ਨੇ ਚਿੰਤਾ ਕੈਂਪ ਕਿਹਾ। ਚਿੰਤਾ ਸ਼ਿਵਰ ਲਾਉਣਾ ਚਾਹੀਦਾ ਕਿ ਤੁਹਾਨੂੰ ਇਹ ਚਿੰਤਾ ਕਰਨੀ ਚਾਹੀਦੀ ਹੈ। ਤੇ ਅੱਜ ਦਾ ਦਿਨ ਉਹਨਾਂ ਨੇ ਇਸੇ ਕਰਕੇ ਹੀ ਚੁਣਿਆ ਸੀ ਕਿਉਂਕਿ ਅੱਜ ਸਮੁੱਚੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਕੌਮੀ ਪੱਧਰ ਦੀ ਅੱਜ ਰਾਜਸਥਾਨ ਦੇ ਵਿੱਚ ਇਕੱਠੀ ਆ ਤੇ ਦੂਜੇ ਪਾਸੇ ਜੇਕਰ ਸੁਨੀਲ ਜਾਖੜ ਵਰਗਾ ਇੱਕ ਤਾਕੜ ਲੀਡਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਜਾਂਦਾ, ਉਹ ਵੀ ਉਸ ਮੌਕੇ ਦੇ ਜਦੋਂ ਸਮੁੱਚੀ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਹੈ ਬਿਲਕੁਲ ਲਾਗੇ ਹੋਵੇ ਤਾਂ ਕੁਦਰਤੀ ਤੌਰ ਤੇ ਇਸ ਦਾ ਰੌਲਾ ਜਿਹੜਾ ਜ਼ਰੂਰ ਉਸ ਕੈਂਪ ਦੇ ਵਿੱਚ ਪਵੇਗਾ। ਇਸ ਦੀ ਕਨਸੋਆਂ ਜਿਹੜੀਆਂ ਉੱਥੋਂ ਤੱਕ ਜ਼ਰੂਰ ਜਾਣਗੀਆਂ। ਸ਼ਾਇਦ ਇਹੋ ਹੀ ਇੱਕ ਢੁਕਵੇਂ ਮੌਕੇ ਦੀ ਤਲਾਸ਼ ਸੀ ਕਿ ਪਹਿਲਾਂ ਤਾਂ ਉਹ ਪ੍ਰੈਸ ਕਾਨਫਰੰਸ ਕਰਨ ਦਾ ਮੂਡ ਸੀ ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਨਹੀਂ ਤੇ ਸ਼ਾਇਦ ਇਹੋ ਹੀ ਕਾਰਨ ਹੈ, ਇਹ ਢੁਕਵਾਂ ਮੌਕਾ ਸੀ ਕਿ ਉਹਨਾਂ ਦੀ ਆਵਾਜ਼ G23 ਦੇ ਮੈਂਬਰਾਂ 'ਚ ਜਾਵੇ ਔਰ ਉਸ ਤੋਂ ਇਲਾਵਾ ਸਮੁੱਚੀ ਕਾਂਗਰਸ ਦੀ ਜਿਹੜੀ ਜਿੰਨੀ ਵੀ ਉੱਥੇ ਲੀਡਰਸ਼ਿਪ ਹੈ ਜਿੰਨੇ ਵੀ ਲੋਕ ਨੇ ਸਾਰੇ ਉਹਨਾਂ ਦੇ ਉਸ ਦਰਦ ਨੂੰ ਪਛਾਣਨ ਜਿਸ ਦਰਦ ਕਰਕੇ ਸੁਨੀਲ ਜਾਖੜ ਜਿਹੜੇ ਨੇ ਕਾਂਗਰਸ ਨੂੰ ਅਲਵਿਦਾ ਕਹਿ ਰਹੇ ਨੇ। ਸੋ ਇਸ ਕਰਕੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਉਹਨਾਂ ਨੇ ਇਸ ਕਰਕੇ ਹੀ ਇਹ ਅੱਜ ਦਾ ਦਿਨ ਜਿਹੜਾ ਇਹ ਚੁਣਿਆ ਸੀ। ਜੀ ਬਿਲਕੁਲ ਵੀ ਜਿਸ ਤਰ੍ਹਾਂ ਦਾ ਸਲੂਕ ਕਾਂਗਰਸ ਦੇ ਵੱਲੋਂ ਉਹਨਾਂ ਦੇ ਨਾਲ ਕੀਤਾ ਗਿਆ ਸੀ, ਟੀਸ ਉਹਨਾਂ ਦੇ ਮਨ ਦੇ ਵਿੱਚ ਹੈਗੀ ਸੀ ਲੇਕਿਨ ਇੱਕ ਢੁਕਵੇਂ ਸਮੇਂ ਦਾ ਇੰਤਜ਼ਾਰ ਕਰ ਰਹੇ ਸੀ। ਅੱਜ ਉਹਨਾਂ ਨੇ ਦੇਖਿਆ ਵੀ ਪੂਰਾ ਜੋ ਸੀਨੀਅਰ ਕਾਂਗਰਸੀ ਲੀਡਰ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋਏ ਨੇ ਜਾਂ ਇੱਕ ਸੰਮੇਲਨ ਦੇ ਵਿੱਚ ਨੇ ਤਾਂ ਸਾਰਿਆਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਇਹ ਦਿਨ ਚੁਣਿਆ ਗਿਆ ਸੀ। ਬਿਲਕੁਲ ਤੁਸੀਂ ਬਿਲਕੁਲ ਸਹੀ ਐਨਾਲਿਸਿਸ ਲੱਗਦਾ ਕੀਤਾ ਜੀ ਇਸ ਦਾ ਤੇ ਸਾਡੇ ਦਰਸ਼ਕ ਨੇੜੇ ਇਸ ਗੱਲ ਨਾਲ ਸਹਿਮਤ ਜ਼ਰੂਰ ਹੋਣਗੇ। ਤਾਂ ਦੂਸਰੇ ਪਾਸੇ ਆਪਾਂ ਇਸ ਗੱਲ ਕਰੀਏ ਚਿੰਤਨ ਸ਼ਿਵਰ ਦੀ ਜੀ, ਇਹਦੇ ਵਿੱਚ ਤਕਰੀਬਨ 425 ਸੀਨੀਅਰ ਕਾਂਗਰਸ ਦੇ ਲੀਡਰ ਸ਼ਾਮਿਲ ਹੋਏ ਨੇ। ਫਿਰ ਕੀ ਕਾਰਨ ਨੇ ਵੀ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਦੋ ਉਹ ਚਿਹਰੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਜਿਨ੍ਹਾਂ ਚਿਹਰਿਆਂ ਦੇ ਉੱਪਰ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸੀ। ਇੱਕ ਪ੍ਰਧਾਨ ਉਸ ਟਾਈਮ ਦੇ 2022 ਦੇ ਇਲੈਕਸ਼ਨ ਵੇਲੇ ਦੇ ਪ੍ਰਧਾਨ ਤੇ ਦੂਸਰੇ CM ਫੇਸ ਤੇ CM। ਕੀ ਕਾਰਨ ਸੀ ਵੀ ਦੋ ਚਿਹਰਿਆਂ ਨੂੰ, ਦੋ ਵੱਡੇ ਲੀਡਰਾਂ ਨੂੰ ਇਸ ਸੰਮੇਲਨ ਦੇ ਵਿੱਚ ਜਾ ਕੇ ਇਸ ਚਿੰਤਨ ਸ਼ਿਵਰ ਦੇ ਵਿੱਚ ਸੱਦਾ ਕਿਉਂ ਨਹੀਂ ਦਿੱਤਾ ਗਿਆ? ਦੇਖੋ ਨਵਜੋਤ ਸਿੱਧੂ ਦੇ ਜਿਹੜੇ ਬੀਤੇ 1.5 ਮਹੀਨੇ ਤੋਂ ਬਗਾਵਤੀ ਸੁਰ ਨੇ, ਇੱਕ ਤੇ ਇਹ ਕਾਰਨ ਹੋ ਸਕਦਾ ਜੀ। ਦੂਜਾ ਕਾਂਗਰਸ ਹਾਈ ਕਮਾਨ ਨੇ ਜਿਸ ਤਰੀਕੇ ਦੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਤੇ ਸੁੱਟੀ ਕਿ ਪੰਜਾਬ ਪ੍ਰਦੇਸ਼ ਵਿੱਚ ਕਾਂਗਰਸ ਦੀ ਹਾਰ ਦੇ ਕਾਰਨ ਜਿਹੜੇ ਨੇ ਉਹ ਨਵਜੋਤ ਸਿੱਧੂ ਹਨ, ਜਿਹੜੀ ਜ਼ਿੰਮੇਵਾਰੀ ਤਾਂ ਕਰਕੇ ਉਹਨਾਂ ਕੋਲ ਅਸਤੀਫਾ ਲੈ ਲਿਆ ਗਿਆ। ਇਹੋ ਹੀ ਦੋ ਮਹੱਤਵਪੂਰਨ ਕਾਰਨ ਨੇ ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਸ ਕੈਂਪ ਦੇ ਵਿੱਚ ਇਨਵਾਈਟ ਨਹੀਂ ਕੀਤਾ ਗਿਆ। ਦੂਜਾ ਪ੍ਰਸ਼ਨ ਜਿਹੜਾ ਆਉਂਦਾ ਉਸ ਚਰਨਜੀਤ ਸਿੰਘ ਚੰਨੀ ਦਾ ਆਉਂਦਾ, ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ। ਕਾਂਗਰਸ ਹਾਈਕਮਾਨ ਜਿੱਥੋਂ ਤੱਕ ਸੋਚਦੀ ਆ ਕਿ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹ ਚਮਤਕਾਰ ਨਹੀਂ ਕਰ ਸਕੇ ਜਿਹੜਾ ਚਮਤਕਾਰ ਦੀ ਆਸ ਤੇ ਉੱਤੇ ਉਹਨਾਂ ਨੇ ਦੁਬਾਰਾ CM ਦਾ ਚਿਹਰਾ ਐਲਾਨ ਕੀਤਾ ਸੀ। ਇਹ ਸਭ ਤੋਂ ਵੱਡੀ ਕਾਂਗਰਸ ਦੀ ਅਸੀਂ ਕਹਿ ਸਕਦੇ ਭੁੱਲਿਆ। ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਉਸ ਤਰੀਕੇ ਨਾਲ ਪੇਸ਼ ਨਹੀਂ ਕਰ ਸਕੀ। ਦੂਜਾ ਕਾਰਨ ਉਹਨਾਂ ਦਿਨਾਂ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਕੋਲ ਜਿਹੜੀ ਰਾਸ਼ੀ ਮਿਲਦੀ ਹੈ 10 ਕਰੋੜ ਦੀ, ਉਹਦੇ ਨਾਲ ਵੀ ਉਹ ਬੈਕਫੁੱਟ ਤੇ ਗਏ। ਉਹਦੇ ਨਾਲ ਹੀ ਨਾਲ ਉਹ ਵਿਅਕਤੀ ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ 2 ਸੀਟਾਂ ਤੋਂ ਹੀ ਹਾਰ ਜੇ। ਇਹੋ ਜਿਹੀਆਂ ਜਿਹੜੀਆਂ ਕੁਝ ਨਮੋਸ਼ੀ ਵਾਲੀਆਂ ਗੱਲਾਂ ਨੇ ਇਹ ਸ਼ਾਇਦ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਗਈਆਂ ਨੇ, ਜਿਸ ਕਰਕੇ ਹਾਈ ਕਮਾਨ ਦਾ ਜਿਹੜਾ ਮਨ ਆ ਉਹ ਵੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਅਸੀਂ ਕਹਿ ਸਕਦੇ ਕਿ ਪ੍ਰਤੀ ਖੱਟਾ ਹੋ ਚੁੱਕਾ, ਕਿਉਂਕਿ ਉਹ ਵਿਅਕਤੀ ਉਹਨਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰਿਆ। ਦੂਜੇ ਪਾਸੇ ਇਹ ਸਥਿਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਉਹ ਸਿਖਰ ਦਾ ਵੇਰ ਖਾ ਰਿਹਾ ਜਿਹੜਾ ਹਰ ਰਾਜਨੀਤਿਕ ਵਿਅਕਤੀ ਦੇ ਮਨ ਦੇ ਵਿੱਚ ਜਿਹੜੀ ਆਸ ਹੁੰਦੀ ਹੈ ਕਿ ਮੈਂ ਕਦੇ ਮੁੱਖ ਮੰਤਰੀ ਬਣਨਾ। ਮੇਰਾ ਨਹੀਂ ਖਿਆਲ ਚਰਨਜੀਤ ਸਿੰਘ ਚੰਨੀ ਨੇ ਕਦੀ ਸੁਪਨੇ 'ਚ ਵੀ ਕਦੀ ਸੋਚਿਆ ਹੋਵੇ ਕਿ ਉਹ ਪੰਜਾਬ ਦੇ ਕਦੀ ਮੁੱਖ ਮੰਤਰੀ ਬਣਨਗੇ। ਤਾਂ ਸਥਿਤੀਆਂ ਦਾ ਤਕਾਜ਼ਾ ਇਹੋ ਜਿਹਾ ਸੀ ਕਿ ਉਹ ਘਰ ਬੈਠੇ ਮੁੱਖ ਮੰਤਰੀ ਬਣ ਗਏ। ਸੋ ਇਸ ਕਰਕੇ ਉਹਨੇ ਵੀ ਵੋਟਾਂ ਦੇ ਵਿੱਚ ਚੋਣਾਂ ਦੇ ਦੌਰਾਨ
ਕੋਈ ਜ਼ਿਆਦਾ ਸਰਗਰਮ ਭੂਮਿਕਾ ਨਹੀਂ ਨਿਭਾਈ, ਕੇਵਲ ਆਪਣੇ ਖੇਤਰ ਤੱਕ ਹੀ ਉਹ ਸੀਮਤ ਰਹੀ। ਤਾਂ ਹਾਰ ਦਾ ਕਾਰਨ ਦੋਵਾਂ ਖੇਤਰਾਂ ਤੋਂ ਉਹਨਾਂ ਨੂੰ ਵੇਖਣਾ ਪਿਆ। ਤਾਂ ਸੋ ਇਹ ਦੋ ਕਾਰਨ ਮੈਨੂੰ ਲੱਗਦਾ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਵਿੱਚ, ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਸੱਦਦੇ ਤਾਂ ਉੱਥੇ ਬੋਲਣ ਦਾ ਮੌਕਾ ਮਿਲਦਾ। ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਫਿਰ ਨਵਜੋਤ ਸਿੰਘ ਸਿੱਧੂ ਨੇ ਬੋਲਣਾ, ਫਿਰ ਸਾਰੇ ਪਰਚੇ ਉਹਨੇ ਲਾ ਕੇ ਰੱਖ ਦੇਣੇ ਸੀ, ਤੇ ਸ਼ਾਇਦ ਕਾਂਗਰਸ ਹਾਈਕਮਾਨ ਉਸਦੇ ਸੁਭਾਅ ਤੋਂ ਜਾਣੂ ਆ। ਇਸੇ ਕਰਕੇ ਉਹਨਾਂ ਨੇ ਇਹੋ ਜਿਹਾ ਕੋਈ ਵੀ ਵਿਅਕਤੀ ਉੱਥੇ ਨਹੀਂ ਬੁਲਾਇਆ ਜਿਹੜਾ ਹਾਈਕਮਾਨ ਦੀ ਸੁਰ ਦੇ ਖਿਲਾਫ ਜਾ ਕੇ ਬੋਲਦਾ ਹੋਵੇ। ਇਹੋ ਹੀ ਕਾਰਨ ਆ ਕਿ ਇਹਨਾਂ ਦੋ ਨੇਤਾ ਜਿਹੜੇ ਨੇ, ਚਰਨਜੀਤ ਸਿੰਘ ਚੰਨੀ ਤੇ ਦੂਜਾ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਚਿੰਤਨ ਸ਼ਿਵਰ ਦੇ ਵਿੱਚ ਨਹੀਂ ਬੁਲਾਇਆ ਗਿਆ। ਇਹ ਪਾਰਟੀ ਦੀ ਹੋਰ ਵੀ ਕੋਈ ਮਜਬੂਰੀ ਹੋ ਸਕਦੀ ਆ ਜਾਂ ਰਣਨੀਤੀ ਹੋ ਸਕਦੀ ਆ, ਪਰ ਜੋ ਓਪਰੀ ਨਜ਼ਰੀ ਜੋ ਮੈਨੂੰ ਮਹਿਸੂਸ ਹੁੰਦਾ ਉਹ ਤਾਂ ਇਹੋ ਤੱਥ ਆ ਕਿ ਸ਼ਾਇਦ ਇਸ ਕਾਰਨ ਇਹਨਾਂ ਨੂੰ ਦੂਰ ਰੱਖਿਆ ਗਿਆ। ਸੋ ਅਣਖੀ ਸਰ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਜ਼ਿੰਮੇਵਾਰ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਵੀ ਕਾਂਗਰਸ ਦਾ ਹਾਰ ਦਾ ਮੁੱਖ ਕਾਰਨ ਨਵਜੋਤ ਸਿੰਘ ਸਿੱਧੂ ਸੀ, ਇਸ ਕਰਕੇ ਉਹਨਾਂ ਨੂੰ ਸ਼ਿਵਰ ਦੇ ਵਿੱਚ ਨਹੀਂ ਬੁਲਾਇਆ ਗਿਆ, ਜਾਂ ਫਿਰ ਕਿ ਉਹ ਜਦੋਂ ਸਾਰੇ ਸੀਨੀਅਰ ਨੇਤਾ ਇਕੱਠੇ ਹੋਣਗੇ ਤਾਂ ਉਹ ਬੋਲੇਗਾ ਤਾਂ ਹੋ ਸਕਦਾ ਪਾਰਟੀ ਦੇ ਖਿਲਾਫ ਬੋਲੇ, ਇਹ ਕਾਰਨ ਸੀ। ਲੇਕਿਨ ਜੇਕਰ ਹਾਈ ਕਮਾਨ ਜਾਂ ਕਾਂਗਰਸ ਨੂੰ ਇੰਨਾ ਹੀ ਖਤਰਾ ਨਵਜੋਤ ਸਿੰਘ ਸਿੱਧੂ ਤੋਂ ਹਾਰ ਦਾ ਮੁੱਖ ਕਾਰਨ ਵੀ ਮੰਨ ਲਿਆ ਵੀ ਇਹਦੇ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਆ ਰਹੀ ਹੈ, ਤਾਂ ਹੁਣ ਤੱਕ ਸਿਫਾਰਿਸ਼ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਪਾਰਟੀ 'ਚ ਬਣੇ ਹੋਏ ਕਿਉਂ ਨੇਗੇ? ਉਹਨਾਂ ਨੂੰ ਹੁਣ ਤੱਕ ਬਾਹਰ ਦਾ ਰਸਤਾ ਕਿਉਂ ਨਹੀਂ ਦਿਖਾਇਆ ਗਿਆ? ਸੁਖਵਿੰਦਰ ਜੀ, ਉਹ ਤਾਂ ਲਖਵਿੰਦਰ, ਉਹ ਤਾਂ ਤੈਨੂੰ ਵੀ ਪਤਾ ਕਿ ਉਹ ਕਿਸ ਹੱਦ ਤੱਕ ਬਣਿਆ ਜਾਂ ਕਿਸ ਹੱਦ ਤੱਕ ਨਹੀਂ ਬਣੇ, ਕਿਉਂਕਿ ਉਹਦੇ ਪ੍ਰਤੀ ਜਿਹੜਾ ਫੈਸਲਾ ਹੋਣਾ ਉਹ 15 ਤਰੀਕ ਤੋਂ ਬਾਅਦ ਹੋ ਜਾਣਾ ਕਿ ਕਾਂਗਰਸ ਹਾਈਕਮਾਨ ਸ਼ਾਇਦ ਇਹ ਵਕਤ ਦੀ ਨਬਜ਼ ਨੂੰ ਪਛਾਣਨ ਦੀ ਕੋਸ਼ਿਸ਼ ਦੇ ਵਿੱਚ ਹੈਗੀ ਹੈ ਕਿ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਕਹਿ ਦਿੱਤਾ ਸੀ, ਕਿਉਂਕਿ ਸੁਨੀਲ ਪਹਿਲਾਂ ਕਾਂਗਰਸ ਹਾਈਕਮਾਨ ਇਹ ਸੋਚਦੀ ਸੀ ਕਿ ਸੁਨੀਲ ਜਾਖੜ ਆਪੇ ਹੀ ਛੱਡ ਜਾਣਗੇ, ਜਿਸ ਤਰੀਕੇ ਨਾਲ ਉਹ ਨਹੀਂ ਛੱਡ ਦਿੱਤਾ। ਤਾਂ ਇਹੋ ਜਿਹੀਆਂ ਪ੍ਰਸਥਿਤੀਆਂ ਸ਼ਾਇਦ ਨਵਜੋਤ ਸਿੱਧੂ ਵਾਸਤੇ ਵੀ ਉਹਨਾਂ ਨੇ ਪੈਦਾ ਜਿਹੜੀਆਂ ਕਰ ਦਿੱਤੀਆਂ ਨੇ। ਅਜੇ ਨਵਜੋਤ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਹੋਇਆ। ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਕਿਉਂਕਿ ਪਾਰਟੀ ਵੀ ਛੱਡਣਾ ਚਾਹੁੰਦੀ ਹੋਵੇ ਤੇ ਦੂਜੇ ਪਾਸੇ ਵਿਅਕਤੀ ਵੀ ਛੱਡਣਾ ਚਾਹੁੰਦਾ ਹੋਵੇ, ਪਰ ਦੂਜੇ ਪਾਸੇ ਕੋਈ ਵੀ ਵਿਅਕਤੀ ਪਹਿਲ ਨਾ ਕਰਦਾ ਹੋਵੇ। ਤਾਂ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਅੱਜ ਗੱਲ ਐਲਾਨ ਕਰਤਾ, ਹੋ ਸਕਦਾ 2-4 ਦਿਨਾਂ ਤੱਕ, ਕਿਉਂਕਿ ਨਵਜੋਤ ਸਿੱਧੂ ਦਾ ਹੁਣ ਇੱਕ ਧੜਾ ਜਿਹੜਾ ਆ ਪੰਜਾਬ 'ਚ ਸੂਝਵਾਨ ਬੰਦਿਆਂ ਦਾ ਹੀ ਕਹਿ ਸਕਦੇ ਇੱਕ ਤਗੜਾ ਬਣਦਾ ਜਾ ਰਿਹਾ, ਹੋ ਸਕਦਾ ਕਿ ਉਹ ਵੀ 15 ਤੋਂ ਬਾਅਦ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਮਾਫ ਕਰਦਾ ਸੁਨੀਲ ਜਾਖੜ ਦੇ ਹੱਕ ਦੇ ਵਿੱਚ ਟਵੀਟ ਕੀਤੇ ਨੇ, ਹੋ ਸਕਦਾ ਕੱਲ ਨੂੰ ਉਹ ਵੀ ਬਾਏ ਬਾਏ ਜਾਂ ਅਲਵਿਦਾ ਕਹਿ ਦੇਣ ਨਵਜੋਤ ਸਿੱਧੂ। ਇਹ ਵੀ ਪੋਸੀਬਿਲਿਟੀ ਹੈਗੀ ਆ। ਜੇ ਨਹੀਂ ਹੈ ਪੋਸੀਬਿਲਿਟੀ, ਪਰ ਜਿਸ ਤਰੀਕੇ ਨਾਲ ਚਿੱਠੀ ਗਈ ਆ ਉਹਨਾਂ ਦੇ ਖਿਲਾਫ ਇੱਥੋਂ ਹਰੀ ਚੌਧਰੀ ਦੀ ਸਿਫਾਰਿਸ਼ ਦੇ ਤੇ ਇਸ ਵੇਲੇ AK ਐਂਟਨੀ ਦੀ ਟੇਬਲ ਤੇ ਆ, ਤਾਂ ਕੁਦਰਤੀ ਤੌਰ ਤੇ ਕਾਰਵਾਈ ਤਾਂ ਹੋਣੀ ਹੈ। ਕਾਰਵਾਈ ਬਸ 15 ਤੋਂ ਬਾਅਦ ਉਹ ਕਰਨਗੇ, ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਮਸਟ ਹੋਏਗੀ। ਪਰ ਇਹ ਵੀ ਹੋ ਸਕਦਾ ਕਿ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਗੁੱਡ ਬਾਏ ਕਿਹਾ, ਨਵਜੋਤ ਸਿੰਘ ਸਿੱਧੂ ਵੀ ਆਪ ਹੀ ਗੁੱਡ ਬਾਏ ਕਹਿ ਦੇਣ, ਕਿਉਂਕਿ ਹੁਣ ਸਮਾਂ ਜਿਹੜਾ 15 ਤੋਂ ਬਾਅਦ ਜਿੰਨੀਆਂ ਸਥਿਤੀ ਜਿਹੜੀ ਸਾਫ਼ ਹੋ ਗਈ। ਬਿਲਕੁਲ ਜੀ ਸਰ, ਉਹ ਤਾਂ 15 ਤੋਂ ਸਥਿਤੀ ਬਾਅਦ ਹੋਏਗੀ ਵੀ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਨਾਲ ਚੱਲਣਗੇ ਜਾਂ ਕਾਂਗਰਸ ਤੋਂ ਅਲੱਗ ਹੋਣਗੇ, ਗੁੱਡ ਬਾਏ ਕਰਨਗੇ ਜਾਂ ਕਾਂਗਰਸ ਦਾ ਬਾਹਰ ਦਾ ਰਸਤਾ ਦਿਖਾਏਗੀ। ਲੇਕਿਨ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਗਏ ਨੇਗੇ ਆਮ ਆਦਮੀ ਪਾਰਟੀ ਦੇ ਉੱਪਰ। ਉਹ ਆਮ ਆਦਮੀ ਪਾਰਟੀ ਦੇ ਵੀ ਉਸ ਮੰਤਰੀ ਦੇ ਉੱਪਰ ਜਿਹੜਾ ਮੰਤਰੀ ਲਗਾਤਾਰ ਵਾਹਵਾਹੀ ਖੱਟ ਰਿਹਾ। ਗੱਲ ਕਰ ਰਹੇ ਜੀ ਪੰਚਾਇਤ ਮੰਤਰੀ ਦੀ, ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਉਹਨਾਂ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ ਕਿਉਂਕਿ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਉਹ ਕਾਫੀ ਐਕਟਿਵ ਨਜ਼ਰ ਆ ਰਹੇ ਨੇ। ਤਕਰੀਬਨ 1000 ਤੋਂ ਵੱਧ ਏਕੜ ਜ਼ਮੀਨਾਂ ਦੇ ਉੱਪਰ ਉਹਨਾਂ ਨੇ ਨਜਾਇਜ਼ ਕਬਜ਼ਾ ਛੁਡਾ ਲਿਆ। ਲੇਕਿਨ ਇਸ ਸੰਬੰਧੀ ਵੀ ਅੱਜ ਤਿੱਖੇ ਨਿਸ਼ਾਨੇ ਲਗਾਉਂਦੇ ਹੋਏ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ। ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਵੀ ਕੋਈ ਰੋਡ ਮੈਪ ਨਹੀਂ ਹੈਗਾ, ਰੋਡ ਮੈਪ ਇਸ ਦਾ ਨਹੀਂ ਹੈਗਾ, ਸਿਰਫ ਔਰ ਸਿਰਫ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਬਦਲਾਅ ਦੀ ਗੱਲ ਕਰਕੇ ਆਏ ਸੀ, ਲੇਕਿਨ ਬਦਲਾਅ ਨਹੀਂ ਦਿਖ ਰਿਹਾ। ਜਿਹੜੇ ਭੂ ਮਾਫੀਆ ਦੀ ਉਹ ਗੱਲ ਕਰਦੇ ਸੀ, ਉਹਨਾਂ ਨੂੰ ਹੀ ਕੌਡੀਆਂ ਦੇ ਭਾਅ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ। ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਹਨਾਂ ਤਿੱਖੇ ਨਿਸ਼ਾਨਿਆਂ ਨੂੰ? ਲਖਵਿੰਦਰ, ਜਿਹੜਾ ਅਸਲ 'ਚ ਇਹ ਟਵੀਟ ਜਿਹੜਾ ਆਇਆ, ਇਹ ਟਵੀਟ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਜਾਂ ਉਹਨਾਂ ਨੂੰ ਜਾਣਕਾਰੀ, ਜਿਹੜੇ ਕੁਲਦੀਪ ਸਿੰਘ ਹਨ ਉਹਨਾਂ ਨੂੰ ਇਹ ਜਾਣਕਾਰੀ ਅਹਿਸਾਸ ਕਰਾਇਆ ਗਿਆ ਕਿ ਤੁਹਾਡੇ ਜੋ ਤੁਸੀਂ ਵਾਅਦੇ ਕੀਤੇ ਜਾਂ ਜਿਹੜੀ ਤੁਹਾਡੀਆਂ ਕਾਰਵਾਈਆਂ ਕਰ ਰਹੇ ਜੀ, ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਆ। ਤਾਂ ਉਸ ਸੱਚ ਨੂੰ ਨਵਜੋਤ ਸਿੰਘ ਸਿੱਧੂ ਨੇ ਟਵੀਟ ਦੇ ਰੂਪ 'ਚ ਪੇਸ਼ ਕੀਤਾ, ਥੱਲੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ। ਉਹਦੇ ਵਿੱਚ ਇਹ ਆ ਕਿ ਨਵਜੋਤ ਸਿੰਘ ਸਿੱਧੂ ਨਹੀਂ ਦੱਸ ਰਹੇ ਆ ਜਾਂ ਉਹ ਵਿਅਕਤੀ ਜਿਹੜਾ ਉਹ ਬੋਲਦਾ ਪਿਆ ਕਿ ਇੰਨੇ ਕਰੋੜ ਦੀ ਜਿਹੜੀ ਜਾਇਦਾਦ ਆ, ਮਾਫ ਕਰਦਾ, ਜਿਹੜੀ ਪੰਚਾਇਤੀ ਜ਼ਮੀਨ ਸੀ ਘੱਟ ਰੇਟਾਂ ਤੇ ਜਿਹੜੀ ਉਹ ਦੇ ਦਿੱਤੀ ਗਈ ਆ। ਉਹਦੇ 'ਚ ਦੀਪ ਔਰ ਜੈ ਕੋਈ ਇਸ ਤਰ੍ਹਾਂ ਦੇ ਨਾਮ ਜਿਹੜੇ ਉਹ ਦਰਜ ਨੇ, ਉਹਨਾਂ ਵਿਅਕਤੀਆਂ ਦੇ ਨਾਮ ਗਰਦੌਰੀ, ਰਜਿਸਟਰੀਆਂ ਸਭ ਕੁਝ ਹੋ ਚੁੱਕਾ। ਤਾਂ ਉਹ ਮੁੱਦਾ ਉਹ ਉਠਾ ਰਿਹਾ। ਤਾਂ ਨਵਜੋਤ ਸਿੰਘ ਸਿੱਧੂ ਨੇ ਉਹ ਟਵੀਟ ਕਰਕੇ ਜਿਹੜੇ ਮਾਨਯੋਗ ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਇਹ ਜਿਹੜੀ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਹੈ ਪੰਚਾਇਤੀ ਜ਼ਮੀਨਾਂ ਨੂੰ, ਇਹ ਕੇਵਲ ਤੇ ਕੇਵਲ ਸ਼ਾਮਲਾਟ
ਪੰਚਾਇਤੀ ਜ਼ਮੀਨਾਂ ਜਾਂ ਉੱਥੋਂ ਤੱਕ ਹੀ ਸੀਮਿਤ ਨਾ ਰਹੇ, ਬਲਕਿ ਇਹ ਜ਼ਮੀਨ ਜਿਹੜੀ ਤੁਹਾਡੀ ਕਾਰਵਾਈ ਆ ਉਹਨਾਂ ਲੋਕਾਂ ਦੇ ਅਗੇਂਸਟ, ਉਹਨਾਂ ਲੋਕਾਂ ਦੇ ਖਿਲਾਫ ਹੀ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਬੀਤੇ ਦੌਰਾਂ ਦੇ ਵਿੱਚ ਜਦੋਂ ਵੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਾਂ ਉੱਚ ਅਧਿਕਾਰੀਆਂ ਜਾਂ ਮੰਤਰੀਆਂ ਜਾਂ ਵਿਧਾਇਕਾਂ ਦੇ ਨਾਲ ਇਹ ਜਿਹੜੀਆਂ ਬਹੁਤ ਬੇਸ਼ਕੀਮਤੀ ਜ਼ਮੀਨਾਂ ਸੀ ਉਹਨਾਂ ਨੂੰ ਆਪਸੀ ਮਿਲੀ ਭੁਗਤ ਨਾਲ ਘੱਟ ਕੀਮਤ ਤੇ ਆਪਣੇ ਨਾਲ ਕਰਾ ਲਿਆ, ਤੇ ਜਿਹੜੀ ਕਰੋੜਾਂ ਦੀ ਜ਼ਮੀਨ ਹੈ ਉਹ 70 ਲੱਖ ਦੇ ਵਿੱਚ, ਇਸ ਤਰੀਕੇ ਦੇ ਜਿਹੜੇ ਮੁੱਦੇ ਨੇ ਉਹਨਾਂ ਸਪੈਸ਼ਲ ਤੌਰ ਤੇ ਕਿਹਾ ਕਿ ਇਹਨਾਂ ਦੇ ਖਿਲਾਫ ਵੀ ਜਿਹੜਾ ਇਹ ਭੂ ਮਾਫੀਆ ਜਿਹੜਾ ਆ ਇਹਨਾਂ ਨੂੰ ਨੰਗਿਆ ਕਰਨ ਦੀ ਲੋੜ ਆ, ਇਹਨਾਂ ਦੇ ਖਿਲਾਫ ਹੀ ਤੁਹਾਨੂੰ ਜਿਹੜੀ ਉਹ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਇਹ ਟਵੀਟ ਉਸ ਪ੍ਰਸੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਉਹ ਕੀਤਾ ਹੈਗਾ ਕਿ ਰੋਡ ਮੈਪ, ਕਿ ਜਿਹੜੀਆਂ ਇਹਦੇ ਸੰਬੰਧੀ ਤੁਹਾਡਾ ਰੋਡ ਮੈਪ ਕੀ ਆ ਕਿ ਜਿਨ੍ਹਾਂ ਦੀ ਰਜਿਸਟਰੀਆਂ ਹੋ ਚੁੱਕੀਆਂ, ਕਿਉਂਕਿ ਅਜੇ ਤੱਕ ਜਿਹੜੀ ਮੁਹਿੰਮ ਹੈ ਲਖਵਿੰਦਰ ਜੀ ਉਹ ਹੈਗੀ ਆ ਪੰਚਾਇਤੀ ਜ਼ਮੀਨਾਂ ਜਾਂ ਸ਼ਾਮਲਾਟ ਜ਼ਮੀਨਾਂ ਤੇ ਨਜਾਇਜ਼ ਕਬਜ਼ਿਆਂ ਦੀ। ਨਵਜੋਤ ਸਿੱਧੂ ਨੇ ਉਸ ਤੋਂ ਅੱਗੇ ਜਾ ਕੇ ਟਵੀਟ ਕੀਤਾ ਕਿ ਉਹ ਲੋਕ ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ ਆਪਸੀ ਮਿਲੀ ਭੁਗਤ ਦੇ ਨਾਲ ਬੇਸ਼ਕੀਮਤੀ ਜ਼ਮੀਨਾਂ ਨੂੰ ਘੱਟ ਰੇਟਾਂ ਦੇ ਆਪਣੇ ਨਾਮ ਕਰਾ ਲਿਆ, ਉਹਨਾਂ ਦੇ ਖਿਲਾਫ ਵੀ ਤੁਹਾਡੀ ਕਾਰਵਾਈ ਕਰਨੀ ਜਿਹੜੀ ਬਣਦੀ ਆ, ਤਾਂ ਉਹਦੇ ਸੰਬੰਧੀ ਤੁਹਾਡਾ ਰੂਟ ਮੈਪ ਕੀ ਆ, ਇਸ ਸੰਬੰਧ ਵਿੱਚ ਜਿਹੜਾ ਉਹ ਗੱਲ ਆਈ ਆ। ਤੇ ਨਾਲ ਹੀ ਨਾਲ ਇੱਕ ਇਹ ਅਜੇ ਪੱਖ ਜਿਹੜਾ ਉਹਨਾਂ ਨੇ ਜਿਹੜਾ ਸਰਕਾਰੀ ਪੱਖ ਹੈ ਇਹਦਾ ਬਾਅਦ ਚ ਆਏਗਾ, ਪਰ ਸਰਕਾਰੀ ਪੱਖ ਦੀ ਇੱਕ ਗੱਲ ਜਿਹੜੀ ਹੋਰ ਅਸੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਨੇ ਇਸ ਤੋਂ ਅੱਗੇ ਜਾ ਕੇ ਹੋਰ ਐਲਾਨ ਇਹ ਕੀਤਾ ਕਿ ਜਿਹੜੀਆਂ ਬੀਤੇ ਦੌਰ ਦੇ ਵਿੱਚ ਧਾਰਮਿਕ ਸਥਾਨਾਂ ਦੇ ਨਾਮ ਤੇ ਕੁਝ ਲੋਕਾਂ ਨੇ ਜਿਹੜੀਆਂ ਜ਼ਮੀਨਾਂ ਨੱਪੀਆਂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਨੰਗਿਆ ਕਰਨਾ ਹੈਗਾ, ਉਹਨਾਂ ਦੇ ਵੀ ਕਬਜ਼ੇ ਜਿਹੜੇ ਨੇ ਉਹ ਲਏ ਜਾਣਗੇ, ਉਹਨਾਂ ਦੇ ਵੀ ਕਬਜ਼ੇ ਜਿਹੜੇ ਖਾਲੀ ਕਰਾਏ ਜਾਣਗੇ। ਮਤਲਬ ਉਹ ਜਗ੍ਹਾ ਨਹੀਂ ਜਿਹੜੀ ਪਿੰਡ ਦੀ ਸਾਂਝੀ ਪੰਚਾਇਤ ਜਾਂ ਸ਼ਾਮਲਾਟ ਜਿਹੜਾ ਪੰਚਾਇਤੀ ਪਤਾ ਪਾ ਕੇ ਜੇਕਰ ਕਿਸੇ ਨੇ ਧਾਰਮਿਕ ਸਥਾਨ ਬਣਾਇਆ ਉਹਦੇ ਉੱਤੇ ਕਾਰਵਾਈ ਨਹੀਂ ਹੋਏਗੀ, ਬਲਕਿ ਕੋਈ ਵਿਅਕਤੀ ਮੰਨ ਲਓ ਕਿ ਕਿਸ ਤਰ੍ਹਾਂ ਕੋਈ ਨਜਾਇਜ਼ ਸਰਕਾਰੀ ਜ਼ਮੀਨ ਆ ਉੱਥੇ ਮੰਦਿਰ ਜਾਂ ਗੁਰਦੁਆਰਾ ਬਣਾ ਕੇ ਝੰਡਾ ਗੱਡ ਦਿੰਦਾ ਤੇ ਕਹਿ ਦਿੰਦਾ ਕਿ ਇਹ ਜਗ੍ਹਾ, ਉਹ ਕਹਿੰਦੇ ਕਿ ਉਹ ਜਗ੍ਹਾ ਹਰ ਹਾਲਤ ਵਿੱਚ ਜਿਹੜੀ ਛਡਾਈ ਜਾ ਕੇ ਸਰਕਾਰ ਜਿਹੜੀ ਇਸ ਮੁੱਦੇ ਤੇ ਪੂਰੀ ਤਰ੍ਹਾਂ ਸਖਤ ਆ। ਤਾਂ ਇਹ ਗੱਲ ਜਿਸ ਤਰੀਕੇ ਨਾਲ ਦੂਜੇ ਪਾਸੇ ਨਵਜੋਤ ਸਿੱਧੂ ਦਾ ਜਿਹੜਾ ਇਹ ਟਵੀਟ ਆ ਇਹ ਜ਼ਰੂਰੀ ਆ ਕਿ ਬੀਤੇ ਦੌਰ 'ਚ ਬਹੁਤ ਕੁਝ ਇਹੋ ਜਿਹਾ ਹੋਇਆ ਕਿ ਬੇਸ਼ਕੀਮਤੀ ਜ਼ਮੀਨਾਂ ਜਿਹੜੀਆਂ ਨੇ ਵਿਧਾਇਕਾਂ ਨੇ, ਸਾਬਕਾ ਮੰਤਰੀਆਂ ਨੇ ਇਹ ਸਾਰਾ ਕੁਝ ਨੱਪ ਨਭਾ ਕੇ ਆਪਣੇ ਬੰਦਿਆਂ ਨੂੰ ਜਿਹੜਾ ਉਹ ਗੱਫੇ ਦਵਾਏ ਨੇ। ਇਹੋ ਜਿਹਾ ਜਿਹੜਾ ਸਕੈਂਡਲ ਜਿਹੜਾ ਬੀਤੇ ਦਿਨਾਂ 'ਚ ਕਥਿਤ ਤੌਰ ਤੇ ਜਿਹੜੇ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਨੇ ਸਾਬਕਾ, ਉਹਨਾਂ ਦੇ ਭਤੀਜੇ ਦੇ ਖਿਲਾਫ ਵੀ ਉੱਠਿਆ ਕਿ ਜਿਹੜਾ ਅੰਮ੍ਰਿਤਸਰ ਦਾ ਸਰਕਟ ਹਾਊਸ ਸੀ ਉਹ ਲੱਖਾਂ ਕਰੋੜਾਂ ਦੀ ਉਹਦੀ ਕੀਮਤ ਸੀ ਤੇ ਕੌਡੀਆਂ ਦੇ ਭਾਅ ਉਹ ਲੀਜ਼ ਤੇ ਦੇਣ ਦੀ ਜਿਹੜੀ ਤਿਆਰੀ ਸੀ, ਜਿਸ ਤਰੀਕੇ ਨਾਲ ਉਹਦੇ ਪ੍ਰਤੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਬਿਆਨਬਾਜ਼ੀ ਜਿਹੜੀ ਕਰ ਰਹੀ ਹੈ, ਕਾਰਵਾਈ ਕਰਨ ਦੀ ਤਿਆਰੀ ਹੈ। ਤਾਂ ਨਵਜੋਤ ਸਿੱਧੂ ਨੇ ਉਸ ਟਵੀਟ ਨੂੰ, ਉਸ ਬੰਦੇ ਨੂੰ ਜਿਨ੍ਹਾਂ ਨੇ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਆ ਕੌਡੀਆਂ ਦੇ ਭਾਅ ਜਿਹੜੀ ਖਰੀਦੀ ਆ ਉਹਨੂੰ ਉਹਦੇ ਖਿਲਾਫ ਐਕਸ਼ਨ ਕਰਨ ਦੀ ਜਿਹੜੀ ਗੱਲ ਕੀਤੀ ਜੀ। ਸੋ ਤਾਂ ਅਣਖੀ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਇਹਨਾਂ ਅਹਿਮ ਖਬਰਾਂ ਦਾ ਬੜੇ ਅੱਛੇ ਤਰੀਕੇ ਦੇ ਨਾਲ ਵਿਸ਼ਲੇਸ਼ਣ ਕੀਤਾ ਗਿਆ, ਵਿਚਾਰ ਚਰਚਾ ਕੀਤੀ ਗਈ। ਤੁਹਾਨੂੰ ਇਹ ਵਿਚਾਰ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਕਰਾਂਗੇ ਕੁਝ ਅਹਿਮ ਖਬਰਾਂ ਦੇ ਉੱਪਰ ਫਿਰ ਤੋਂ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।